ਹੈਲੋ ਬੱਚਿਓ, ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਅੱਜ ਤੁਹਾਡਾ ਬੇਟੇ 12th ਜੁਲਾਈ ਕਲਾਸ 12 ਦਾ ਫਿਜ਼ਿਕਸ ਦਾ ਪੇਪਰ ਹੋਇਆ ਹੋਏਗਾ। ਅੱਜ ਅਸੀਂ ਉਹਨਾਂ ਦੀਆਂ ਆਨਸਰ ਕੀਜ਼ ਡਿਸਕਸ ਕਰਾਂਗੇ ਤੁਹਾਡੇ ਨਾਲ। ਉਮੀਦ ਹੈ ਤੁਹਾਨੂੰ ਇਹ ਲੈਕਚਰ ਪਸੰਦ ਆਏਗਾ। ਆਓ ਬਿਨਾਂ ਦੇਰੀ ਕੀਤੇ ਅਸੀਂ ਚੱਲਦੇ ਹਾਂ ਪਹਿਲੇ ਕੁਐਸਚਨ ਵੱਲ। ਫਸਟ ਕੁਐਸਚਨ ਬੇਟੇ ਤੁਹਾਨੂੰ ਆਇਆ ਸੀਗਾ ਕਿ ਇਫ ਬੋਥ ਦਾ ਮੈਗਨੀਟਿਊਡਸ ਆਫ ਟੂ ਚਾਰजेस ਐਂਡ ਡਿਸਟੈਂਸਿਸ between them is double then new electrostatic force if the original force is F between them will be। अपने को बेटा फॉर्मूला है अपने को F इज इक्वल टू 1/4 पाई एप्सिलॉन नॉट Q1 Q2 ओवर R स्क्वायर। तो ਸਾਨੂੰ ਗਿਵਨ ਕੀ ਹੈ ਜੀ, F ਜਿਹੜਾ ਹੈ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਆਪਣੇ ਕੋਲ Q1 Q2 ਓਵਰ R स्क्वायर। ਉਹਨੇ ਕੀ ਕਿਹਾ ਕਿ ਜਿਹੜਾ ਚਾਰਜ ਹੈ ਉਹ ਡਬਲ ਹੋ ਗਿਆ, ਯਾਨੀ ਕਿ 2Q1 ਹੋ ਗਿਆ, ਤੇ ਜਿਹੜਾ ਦੂਸਰਾ ਚਾਰਜ ਹੈ ਦੈਟ ਇਜ਼ ਆਲਸੋ 2Q2। ਤੇ ਡਿਸਟੈਂਸ ਵੀ ਕਹਿੰਦਾ ਉਹਨੇ ਡਬਲ ਕਰਤਾ। ਜਦੋਂ ਡਿਸਟੈਂਸ ਡਬਲ ਕਰਤਾ ਤੇ 2R ਦਾ ਸਕੁਆਇਰ ਕੀ ਆ ਗਿਆ ਆਪਣੇ ਕੋਲ 4R ਸਕੁਆਇਰ, ਯਾਨੀ ਕਿ 4 ਜਿਹੜਾ ਹੈ 2 ਤੇ 2 ਨਾਲ ਕੈਂਸਲ ਹੋ ਜਾਏਗਾ। ਅਗੇਨ ਵੈਲਿਊ Q1 Q2 ਓਵਰ R ਸਕੁਆਇਰ ਆ ਗਈ, ਯਾਨੀ ਕਿ ਵੈਲਿਊ ਚੇਂਜ ਨਹੀਂ ਹੋਈ। ਤੇ ਆਪਣਾ ਆਨਸਰ ਕੀ ਆ ਗਿਆ ਜੀ, F। ਨੈਕਸਟ ਕੁਐਸਚਨ ਸੀਗਾ ਆਪਣੇ ਕੋਲ SI ਯੂਨਿਟ ਆਫ ਇਲੈਕਟ੍ਰਿਕ ਪੋਟੈਂਸ਼ੀਅਲ ਇਜ਼। ਹੁਣ ਪੋਟੈਂਸ਼ੀਅਲ ਦਾ ਯੂਨਿਟ ਕੀ ਹੁੰਦਾ ਬੇਟੇ, ਵੋਲਟ, ਇਸ ਕਰਕੇ ਆਨਸਰ ਇਹਦਾ ਆ ਗਿਆ ਆਪਸ਼ਨ B। ਹੁਣ ਥਰਡ ਕੁਐਸਚਨ ਦੇ ਵਿੱਚ ਇਕੁਏਸ਼ਨ ਦਿੱਤੀ ਹੋਈ ਹੈ ਬੇਟੇ, ਲਾਈਨ ਇੰਟੀਗਰਲ E ਵੈਕਟਰ ਡੋਟ ds ਵੈਕਟਰ ਇਜ਼ ਇਕੁਅਲ ਟੂ Q ਬਾਈ ਐਪਸਾਈਲਨ ਨੋਟ। ਤੁਹਾਨੂੰ ਪਤਾ ਹੈ Q ਬਾਈ ਐਪਸਾਈਲਨ ਨੋਟ ਕਿਹੜਾ ਲਾਅ ਸੀਗਾ ਆਪਣੇ ਕੋਲ, ਗੌਸ ਲਾਅ। ਤੇ ਇਸ ਕਰਕੇ ਆਪਣੇ ਕੋਲ ਇਹਦਾ ਆਨਸਰ ਆ ਗਿਆ ਜੀ C। ਇਹ ਜਿਹੜੀ ਇਕੁਏਸ਼ਨ ਦਿੱਤੀ ਹੋਈ ਹੈ ਇਹ ਗੌਸ ਲਾਅ ਦੀ ਇਕੁਏਸ਼ਨ ਹੈ, ਇਸ ਕਰਕੇ ਇਹਦਾ ਆਨਸਰ ਆ ਗਿਆ ਆਪਣੇ ਕੋਲ ਆਪਸ਼ਨ C, ਗੌਸ ਲਾਅ। ਨੈਕਸਟ ਆਪਣੇ ਕੋਲ ਬੇਟਾ ਸੀਗਾ ਕਿ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਬਿਟਵੀਨ ਟੂ ਇਨਫਾਈਨਾਈਟ ਪਲੇਨ ਪੈਰਲਲ ਸ਼ੀਟਸ ਆਫ ਚਾਰਜ ਆਫ ਸਰਫੇਸ ਚਾਰਜ ਡੈਂਸਿਟੀ ਸਿਗਮਾ ਐਂਡ ਮਾਈਨਸ ਸਿਗਮਾ। ਬਟ ਇਹ ਕੁਐਸਚਨ ਤੁਸੀਂ ਜ਼ਰੂਰ ਕੀਤਾ ਹੋਏਗਾ, ਤੇ ਇਹਦਾ ਆਨਸਰ ਹੈਗਾ ਆਪਣੇ ਕੋਲ ਸਿਗਮਾ ਬਾਈ ਐਪਸਾਈਲਨ ਨੋਟ। ਜਿਹੜਾ ਤੁਸੀਂ ਉਹ ਦੋ ਸ਼ੀਟਸ ਵਾਲਾ ਕੁਐਸਚਨ ਕੀਤਾ ਸੀਗਾ ਜਿਹਦੇ ਉੱਪਰ ਇੱਕ ਅਸੀਂ ਪਲੱਸ ਸਿਗਮਾ ਅਤੇ ਮਾਈਨਸ ਸਿਗਮਾ ਰੱਖਦੇ ਸੀਗੇ, ਅਤੇ ਅਸੀਂ ਉਸ ਦੇ ਵਿੱਚ 3 ਰੀਜਨ ਮੰਨੇ ਸੀਗੇ ਆਪਣੇ ਕੋਲ, ਇੱਕ ਰੀਜਨ 1, ਇੱਕ ਰੀਜਨ 2 ਅਤੇ ਇੱਕ ਰੀਜਨ ਆਪਣੇ ਕੋਲ ਸੀਗਾ 3। ਤੇ ਇਸ ਕੇਸ ਵਿੱਚ ਮੇਰੇ ਕੋਲ ਆਨਸਰ ਸਿਰਫ ਇਨ ਬਿਟਵੀਨ ਆਉਂਦਾ ਸੀਗਾ ਆਪਣੇ ਕੋਲ ਜੀ। ਵੈਨ ਬੋਡੀ ਬਿਕਮਸ ਨੈਗੇਟਿਵਲੀ ਚਾਰਜ ਇਟਸ ਮਾਸ। ਹੁਣ ਬੇਟਾ ਜਦੋਂ ਵੀ ਕਿਸੇ ਬੋਡੀ ਨੇ ਨੈਗੇਟਿਵਲੀ ਚਾਰਜਡ ਹੋਣਾ ਆ ਤਾਂ ਕੀ ਹੋਏਗਾ, ਉਹਦੇ ਵਿੱਚੋਂ ਇਲੈਕਟ੍ਰੋਨ ਜਿਹੜੇ ਨੇ ਉਹ ਐਡ ਹੋਣਗੇ। ਤੇ ਜਦੋਂ ਉਸ ਦੇ ਵਿੱਚ ਇਲੈਕਟ੍ਰੋਨ ਐਡ ਹੋਏ ਦੈਟ ਮੀਨਸ ਜਿਹੜਾ ਇਲੈਕਟ੍ਰੋਨ ਦਾ ਮਾਸ ਹੈ ਉਹ ਉਸ ਬੋਡੀ ਦੇ ਵਿੱਚ ਕੀ ਹੋ ਗਿਆ, ਐਡ ਹੋ ਗਿਆ। ਤੇ ਇਸ ਕਰਕੇ ਇੱਥੇ ਆਪਣੇ ਕੋਲ ਆਨਸਰ ਆ ਜਾਏਗਾ ਕਿ ਉਹ ਜਿਹੜਾ ਬੋਡੀ ਨੈਗੇਟਿਵਲੀ ਚਾਰਜਡ ਹੋਏਗੀ ਉਸ ਦਾ ਮਾਸ ਕੀ ਹੋ ਜਾਏਗਾ, ਇੰਕਰੀਜ਼ ਹੋ ਜਾਏਗਾ। ਤਾਂ ਆਪਸ਼ਨ ਆ ਜਾਏਗੀ ਆਪਣੇ ਕੋਲ ਆਪਸ਼ਨ B। ਨੈਕਸਟ ਕੁਐਸਚਨ ਸੀਗਾ work done to move a 1 microcoulomb of a charge from one point to another point on the surface of an equipotential surface like conductor is। ਹੁਣ ਜਦੋਂ ਵਰਕ ਡਨ ਅਸੀਂ ਕਰਨਾ ਇਕੁਈਪੋਟੈਂਸ਼ੀਅਲ ਸਰਫੇਸ, ਤੇ ਸਾਨੂੰ ਪਤਾ ਹੈ ਕਿ ਜੀ ਵਰਕ ਡਨ ਕੀ ਹੋਏਗਾ ਆਪਣੇ ਕੋਲ ਇੱਥੇ 0, ਕਿਉਂਕਿ ਇਕੁਈਪੋਟੈਂਸ਼ੀਅਲ ਸਰਫੇਸ ਹੈ। ਇਕੁਈਪੋਟੈਂਸ਼ੀਅਲ ਮੀਨਸ ਜਿਹੜਾ ਇਸ ਸਰਫੇਸ ਦੇ ਉੱਪਰ ਪੋਟੈਂਸ਼ੀਅਲ ਦੀ ਵੈਲਿਊ ਕੀ ਰਹਿ ਰਹੀ ਹੈ, ਸੇਮ। ਤੇ ਜੇ ਪੋਟੈਂਸ਼ੀਅਲ ਸੇਮ ਹੈ ਤਾਂ ਫਿਰ ਕਿਸੇ ਵੀ ਤਰ੍ਹਾਂ ਦਾ ਵਰਕ ਡਨ ਆਪਣੇ ਕੋਲ ਨਹੀਂ ਹੋਏਗਾ। ਇਹ ਆਪਣੇ ਕੋਲ ਕੰਡੀਸ਼ਨ ਹੈ, ਪ੍ਰੋਪਰਟੀ ਹੈ ਪਹਿਲੀ ਇਕੁਈਪੋਟੈਂਸ਼ੀਅਲ ਸਰਫੇਸ ਦੀ, ਕਿ ਜਿਹੜਾ ਵਰਕ ਡਨ ਹੋਏਗਾ ਔਨ ਦਾ ਸਰਫੇਸ ਆਫ ਇਕੁਈਪੋਟੈਂਸ਼ੀਅਲ ਸਰਫੇਸ ਦੈਟ ਇਜ਼ 0। ਤਾਂ ਆਨਸਰ ਆ ਗਿਆ ਆਪਣੇ ਕੋਲ 0। ਨੈਕਸਟ ਕੁਐਸਚਨ ਸੀਗਾ electric field due to infinite long straight wire of linear charge density lambda varies with perpendicular distance of point from the wire as। ਇਹ ਬੇਟੇ ਅਸੀਂ ਐਕਸਪ੍ਰੈਸ਼ਨ ਡਰਾਈਵ ਕੀਤਾ ਹੋਇਆ। ਐਕਸਪ੍ਰੈਸ਼ਨ ਸੀਗਾ ਆਪਣੇ ਕੋਲ E ਇਜ਼ ਇਕੁਅਲ ਟੂ ਲੈਮਦਾ ਓਵਰ 2 ਪਾਈ ਐਪਸੀਲਨ ਨੋਟ ਤੇ ਨਾਲ ਸੀਗਾ ਆਪਣੇ ਕੋਲ R, ਯਾਨੀ ਕਿ ਜਿਹੜਾ ਇਲੈਕਟ੍ਰਿਕ ਫੀਲਡ ਹੈ ਦੈਟ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ R। ਤੇ ਜਦੋਂ ਤੁਸੀਂ R ਨੂੰ ਉੱਪਰ ਲੈ ਗਏ ਤਾਂ ਦੈਟ ਇਜ਼ ਇਕੁਅਲ ਟੂ R is to the power -1। ਤੇ ਆਪਣੇ ਕੋਲ ਆਨਸਰ ਆ ਗਿਆ ਇੱਥੇ ਆਪਸ਼ਨ B। ਨੈਕਸਟ ਕੁਐਸਚਨ ਸੀਗਾ ਆਪਣੇ ਕੋਲ ਗਲਾਸ ਰੋਡ acquires ਚਾਰਜ ਬਾਈ ਰਬਿੰਗ ਇਟ ਵਿਦ ਸਿਲਕ ਕਲੋਥ ਦਾ ਚਾਰਜ ਔਨ ਦਾ ਗਲਾਸ ਰੋਡ ਇਜ਼ ਡਿਊ ਟੂ। ਹੁਣ ਇੱਥੇ ਬੇਟਾ ਰਬ ਕੀਤਾ ਹੈ ਤਾਂ ਓਬਵੀਅਸਲੀ ਗੱਲ ਹੈ ਇੱਥੇ ਆਪਣੇ ਕੋਲ ਕਿਸ ਕਰਕੇ ਆਪਣੇ ਕੋਲ ਚਾਰਜ ਪ੍ਰੋਡਿਊਸ ਹੋਏਗਾ, ਡਿਊ ਟੂ ਫ੍ਰਿਕਸ਼ਨ। ਤਾਂ ਆਨਸਰ ਆ ਗਿਆ ਆਪਣੇ ਕੋਲ ਫ੍ਰਿਕਸ਼ਨ। 9 ਸੀਗਾ the relation between terminal potential difference V and electromagnetic force E of a cell during the charging is given by। ਉਹਨੇ ਫਾਰਮੂਲੇ ਦਾ ਬੇਟੇ ਕੋਲ ਜਵਾਬ ਸੀਗਾ ਆਪਣੇ ਕੋਲ, ਫਾਰਮੂਲਾ ਜੇ ਤੁਹਾਨੂੰ ਯਾਦ ਹੋਵੇ ਤੇ ਸੀਗਾ V ਇਜ਼ ਇਕੁਅਲ ਟੂ E ਮਾਈਨਸ I ਇੰਟੂ R। ਤੇ ਆਪਸ਼ਨ ਆ ਗਈ ਆਪਣੇ ਕੋਲ ਪਹਿਲੀ V ਇਜ਼ ਇਕੁਅਲ ਟੂ E ਮਾਈਨਸ IR। ਨੈਕਸਟ ਕੁਐਸਚਨ ਸੀਗਾ ਬੇਟੇ ਆਪਣੇ ਕੋਲ when in a Wheatstone bridge all the 4 arms have equal resistance R, if resistance of the galvanometer arm is also R then the equivalent resistance of the combination is। ਤੇ ਇਹਦਾ ਆਨਸਰ ਆ ਜਾਏਗਾ ਆਪਣੇ ਕੋਲ ਬੇਟੇ ਆਪਸ਼ਨ A R, यानी कि फॉर्मूला अपने को की है जी P बटा Q इज इक्वल टू R ओवर S
तो इत्थे अपने कोल की बोल दिता है जी उन्हें कि जिहड़ी गलवैनोमीटर है उसकी रजिस्टेंस अपने कोल गिवन है आर, तो इस करके जिहड़ा आंसर आ जाएगा इत्थे अपने कोल आर। नैक्सट अपने कोल क्वेश्चन आ गया अपने को विच ऑफ द फॉलोइंग स्टेटमेंट इज़ करैक्ट अबाउट द इलैक्ट्रिक करंट। इलैक्ट्रिक करंट वास्ते किहड़ी स्टेटमेंट करैक्ट हैगी है। पहला बेटे लिखा है इलैक्ट्रिक करंट हैज़ बोथ मैग्नीट्यूड एंड डायरेक्शन देयरफॉर करंट इज़ अ वैक्टर क्वांटिटी। कहता को इलैक्ट्रिक करंट को मैग्नीट्यूड तो डायरेक्शन दोवें हैगी, इस करके कहता है वैक्टर क्वांटिटी है। नैक्सट सीगा इलैक्ट्रिक करंट हैज़ ओनली मैग्नीट्यूड बट नो डायरेक्शन देयरफॉर करंट इज़ अ स्केलर क्वांटिटी। इलैक्ट्रिक करंट हैज़ बोथ मैग्नीट्यूड एंड डायरेक्शन बट इट डज नॉट फॉलो द वैक्टर लॉज ऑफ एडिशन। तो ऑप्शन बेटा आएगा सी। जिहड़ा इलैक्ट्रिक करंट है बेटे ये कोल डायरेक्शन भी है तो ये कोल मैग्नीट्यूड भी है, लेकिन डायरेक्शन होने के बावजूद ये वैक्टर के जिहड़े एडिशनल लॉ हैगा उसनूं ओबे नहीं करता, इस करके अपने कोल स्केलर क्वांटिटी है ना कि वैक्टर क्वांटिटी। इस करके ऑप्शन आ गया बेटे जवाब सी। नैक्सट क्वेश्चन सीगा विच ऑफ द फॉलोइंग इज़ नॉट द मैथमैटिकल स्टेटमेंट ऑफ द ओम्स लॉ। अपने कोल काफ़ी सारे फिजिकल क्वांटिटीज़ दित्तियां उन्हों का नाम लिखा होया। हुण इत्थे बेटे जिहड़ा अपने कोल सिर्फ फोर्थ ऑप्शनस हैगियां उन्होंने छड्ड के बाकी जिहड़े तिन्ने दे तिन्ने ने ये माइक्रोस्कोपिक अपने कोल फॉर्म है ओम्स लॉ का। ठीक है, जिहड़े बी तो सी है माइक्रोस्कोपिक अपने कोल फॉर्म हैगी है, तो जिहड़ा वी इज़ इक्वल टू आई आर है प्योर फॉर्म है। तो इस करके आंसर इत्थे अपने कोल आ गया ऑप्शन डी आर इज़ इक्वल टू रो एल ओवर ए। नैक्सट आ गया अपने कोल कहता ड्रिफ्ट वेलोसिटी तो इलैक्ट्रिक फील्ड जो डिवाइड करते हैं तो ये मेरे को इक्वेशन दे दिंदा है जी मोबिलिटी की, दैट इज़ म्यू। हुण इत्थे ऑप्शनस दित्तियां होईयां कहंदा दसो इन्हां विचों किहड़ी जिहड़ी हैगी वो ट्रू नहीं है। मोबिलिटी इज़ ऑलवेज पॉजिटिव बेटा, ये हमेशा पॉजिटिव ही होंदी है। अगे आगे मोबिलिटी में बी नैगेटिव ऑल्सो, कहना मोबिलिटी जी है नैगेटिव हो सकती है बेटा। ये ऑप्शन जी हैगी है ये ऑप्शन सही नहीं है। तो जिहड़ियां बाकी दो हैगा अपने को मीटर स्क्वेयर ओवर वोल्ट सैकेंड तो मीटर कूलम डिवाइडेड बाय न्यूटन सैकेंड है, ये अपने को ऑप्शन जिहड़ियां हैगियां ने ये दोवां दे SI यूनिट्स हैगियां ने। तो इस करके जिहड़ा ऑप्शन अपने को गलत आ गया बी। भावें चार्ज पॉजिटिव होवे तो भावें चार्ज नैगेटिव होवे, इहदी जिहड़ी मोबिलिटी है वो पॉजिटिव ही रहिंदी है। नैक्सट अपने को क्वेश्चन आ गया पोटेंशियोमीटर वायर इज़ नॉर्मली मेड ऑफ एलॉयज कॉन्सटेंटन और मैगनीन ड्यू टू दियर। उन्हें अपने को बेटे इतने अपने को चार ऑप्शनस दित्तियां हुई ने। हुण इस चार ऑप्शनस तो असीं करैक्ट देखना है, तो ये तुहानूं याद होएगा जो तुसीं ये क्वेश्चन किया सीगा तो उत्थे ही डिस्कस किया सीगा कि जिहड़ियां मैगनीन ते कॉन्सटेंटन वायर हैगियां ने इन्हां दी रजिस्टिविटी की होंदी है जी हाई होंदी है, तो टैंपरेचर कोफिशिएंट की होंदा है लो होंदा है। तो इस करके दा जवाब आ गया ऑप्शन बी। नैक्सट आ गया किरचॉफ सैकेंड लॉ इज़ बेस्ड ऑन द लॉ ऑफ कंजरवेशन ऑफ। जिहड़ा किरचॉफ द सैकेंड लॉ है बेटे वो कंजरवेशन ऑफ एनर्जी पर डिपेंड करता है, तो जिहड़ा फर्स्ट लॉ है दैट इज़ कंजरवेशन ऑफ चार्ज के उपर। तो इस करके ऑप्शन आ गया जी ऑप्शन सी। नैक्सट क्वेश्चन सीगा 4 चार्जेस प्लस 8Q माइनस 3Q तो प्लस 5Q एंड माइनस 10Q आर कैप्ट इन साइड ए क्लोज सरफेस, वट विल बी द आउट गोइंग फ्लक्स थ्रू द सरफेस। हुण बेटे इत्थे गॉस थ्योरम अपने को लगेगी कि जिहड़ा नैट चार्ज होएगा इलैक्ट्रिक फ्लक्स की जिहड़ी वैल्यू होएगी दैट इज़ Q नैट डिवाइडेड बाई अपने को एप्सिलॉन नॉट। हुण Q नैट की हो गया जी टोटल चार्ज। हुण टोटल करके देख लो, इत्थे अपने को चार चार्जेस अपने को दिते हैगे ने 8 तो 5 13 हो गया, 10 तो 3 13 हो गया, प्लस 13 माइनस 13 आंसर की आ गया 0। तो यानी कि फ्लक्स की वैल्यू की होगी 0 वोल्ट मीटर। नैक्सट अपने को आ गया ऑप्शन क्वेश्चन आ गया इलैक्ट्रिक फील्ड इंटेंसिटी एंड इलैक्ट्रिक पोटेंशियल ड्यू टू अ शॉर्ट डाइपोल वेरी विद डिस्टेंस आर ऑफ अ पॉइंट फ्रॉम द सेंटर ऑफ द डाइपोल एज। कहता जिहड़ा पोटेंशियल तो इलैक्ट्रिक फील्ड है, जिहड़ा बेटा इलैक्ट्रिक फील्ड की प्रपोर्शनैलिटी हैगी है ड्यू टू डाइपोल दैट इज़ 1 ओवर आर क्यूब। तो जिहड़ा पोटेंशियल है इलैक्ट्रिक पोटेंशियल जिहड़ा हैगा अपने कोल जिन्हों असीं वी दे नाल डिनोट करते हैं उहदी पोटेंशियल की जिहड़ी प्रपोर्शनैलिटी हैगी है दैट इज़ 1 ओवर आर स्क्वायर। तो यानी कि इत्थे की आ गया जी आर दी पावर -3 तो आर दी पावर इत्थे आ गया अपने कोल -2। तो ऑप्शन अपने कोल की आ गई बेटे डी। इत्थे भुलेखा नहीं खाना, कई बच्चे की करेंगे ऑप्शन बी नूं टिक कर आउणगे जबकि वो आंसर अपने कोल गलत होएगा। नैक्सट आ गया 3 डिफरेंट कैपेसिटर्स आर कनैक्टेड इन सीरीज़ विद अ बैटरी दैन। कहता जे 3 कैपेसिटर्स नूं असीं सीरीज़ में जोड़िया होए तो उहदे विच किहड़ी चीज़ सेम रहेगी। तो बेटे अपने को पता ही है कि जो इन्हों सीरीज़ से जोड़ते हैं तो चार्ज की रहिंदा सेम रहिंदा है अपने को। नैक्सट अपने को क्वेश्चन आ गया द टॉर्क इंड्यूस्ड ऑन द डाइपोल एंड इट्स पोटेंशियल एनर्जी। ये बेटे मैं ऑप्शनस नहीं लईआं क्योंकि जी पहली ऑप्शन है यही अपने को आंसर है। जो भी अं टॉक कैलकुलेट करते थे तो टॉ का अपने को आंसर आता सीगा क्रॉस प्रोडक्ट ऑफ डाइपोल मोमेंट तो अपने को इलैक्ट्रिक फील्ड। तो जो पोटेंशियल एनर्जी सी वह अपने को आंसर आता सीगा
ਨੈਗੇਟਿਵ ਆਫ ਡਾਈਪੋਲ ਮੋਮੈਂਟ ਤੇ ਡਾਟ ਪ੍ਰੋਡਕਟ ਵਿਦ ਦਾ ਇਲੈਕਟ੍ਰਿਕ ਫੀਲਡ। ਇਸ ਕਰਕੇ ਆਪਣੇ ਕੋਲ ਆਪਸ਼ਨਸ ਪਹਿਲੀ ਹੀ ਇੱਥੇ ਆਪਣੇ ਕੋਲ ਕਰੈਕਟ ਹੈਗੀ ਆ। ਨੈਕਸਟ ਕਿਸ ਸੀਗਾ ਬੇਟਾ, ਇਲੈਕਟ੍ਰਿਕ ਫੀਲਡ ਐਂਡ ਇਲੈਕਟ੍ਰਿਕ ਪੋਟੈਂਸ਼ੀਅਲ ਇਨਸਾਈਡ ਅ ਚਾਰਜ ਸਫੈਰੀਕਲ ਸ਼ੈਲ। ਹੁਣ ਸਾਨੂੰ ਪਤਾ ਹੈ ਕਿ ਜਿਹੜਾ ਇਲੈਕਟ੍ਰਿਕ ਫੀਲਡ ਹੁੰਦਾ ਆ ਇਨਸਾਈਡ ਦਾ ਸ਼ੈਲ ਜਿਹੜਾ ਵੀ ਹੋਏਗਾ ਉੱਥੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਆਪਣੇ ਕੋਲ ਕੀ ਹੋਏਗੀ ਬੇਟੇ, 0। ਤੇ ਫਾਰਮੂਲਾ ਆਪਣੇ ਕੋਲ ਕੀ ਹੁੰਦਾ ਸੀਗਾ ਜੀ, E ਇਜ਼ ਇਕੁਅਲ ਟੂ ਮਾਈਨਸ dV ਓਵਰ dr। ਤੇ ਜੇ ਆਪਣੇ ਕੋਲ E 0 ਹੈ ਤੇ ਦੈਟ ਮੀਨਸ ਆਪਣੇ ਕੋਲ ਕੀ ਆ ਗਿਆ ਕਿ dV ਬਾਈ ਜਿਹੜਾ dr ਹੈ ਇਸ ਦੀ ਵੈਲਿਊ ਕੀ ਹੋਗੀ, 0। ਹੁਣ ਕਿਸ ਚੀਜ਼ ਦੀ ਡਿਫਰੈਂਸ਼ੀਏਸ਼ਨ 0 ਹੁੰਦੀ ਹੈ, ਦੈਟ ਇਜ਼ ਕੌਨਸਟੈਂਟ। ਦੈਟ ਮੀਨਸ ਜਿਹੜਾ V ਹੈ ਦੈਟ ਇਜ਼ ਨਾਟ ਇਕੁਅਲ ਟੂ 0। ਤੇ ਆਪਣੇ ਕੋਲ ਆਂਸਰ ਕੀ ਆ ਗਿਆ, ਆਪਸ਼ਨ B। ਨੈਕਸਟ ਆਪਣੇ ਕੋਲ ਕੁਐਸਚਨ ਆ ਗਿਆ, the temperature coefficient of a resistance A has a dash value for metals and value for dielectric and insulator। ਕਹਿੰਦਾ ਜਿਹੜਾ ਬੇਟਾ ਮੈਟਲ ਹੈ ਉਹਦੇ ਵਾਸਤੇ ਜਿਹੜਾ ਟੈਂਪਰੇਚਰ ਕੋਫੀਸ਼ੀਐਂਟ ਹੈ ਉਹ ਬੇਟੇ ਹੁੰਦਾ ਆ ਆਪਣੇ ਕੋਲ ਪੋਜ਼ਿਟਿਵ, ਤੇ ਜਿਹੜਾ ਡਾਇਲੈਕਟ੍ਰਿਕਸ ਨੇ ਤੇ ਇਨਸੂਲੇਟਰਸ ਹੈ ਉਹਨਾਂ ਵਾਸਤੇ ਇਹਨਾਂ ਦੀ ਵੈਲਿਊ ਕੀ ਹੁੰਦੀ ਹੈ, ਨੈਗੇਟਿਵ। ਤੇ ਆਪਸ਼ਨ ਆਪਣੇ ਕੋਲ ਆ ਗਈ ਆਪਸ਼ਨ A। ਨੈਕਸਟ ਆਪਣੇ ਕੋਲ ਆ ਗਿਆ, ਵੀਟਸਟੋਨ ਬ੍ਰਿਜ ਐਕਸਪੈਰੀਮੈਂਟ ਇਜ਼ ਮੋਸਟ ਸੈਂਸਿਟਿਵ। ਇਹ ਬੇਟੇ ਉਦੋਂ ਮੋਸਟ ਸੈਂਸਿਟਿਵ ਹੋਏਗਾ ਜਦੋਂ ਇਹਦੀਆਂ ਚਾਰੇ ਆਰਮਸ ਕੀ ਹੋਣਗੀਆਂ, ਇਕੁਅਲ ਵੈਲਿਊ ਦੀਆਂ ਹੋਣਗੀਆਂ। ਤੇ ਇਸ ਕਰਕੇ ਤੇ ਆਪਸ਼ਨ ਆ ਸੀਗਾ ਆਲ 4 ਰੈਜ਼ਿਸਟੈਂਸਿਸ ਆਰ ਅਪਰੋਕਸੀਮੇਟਲੀ ਇਕੁਅਲ। ਤੇ ਆਪਸ਼ਨ ਆ ਗਈ ਆਪਣੇ ਕੋਲ A। ਨੈਕਸਟ ਆ ਗਿਆ ਜੀ, ਇਨ ਅ ਮੀਟਰ ਬ੍ਰਿਜ ਐਕਸਪੈਰੀਮੈਂਟ ਰੈਜ਼ਿਸਟੈਂਸ ਬਾਕਸ ਵਿਦ R ਇਜ਼ ਇਕੁਅਲ ਟੂ 2 ohm is connected in the left gap and the unknown resistance S in the right gap। ਇਹ ਬੈਲੈਂਸਿੰਗ ਲੈਂਥ ਵੀ 40 ਸੈਂਟੀਮੀਟਰ, ਕੈਲਕੂਲੇਟ ਦਾ ਵੈਲਿਊ ਆਫ S। ਹੁਣ ਫਾਰਮੂਲਾ ਕੀ ਸੀਗਾ ਬੇਟੇ ਆਪਣੇ ਕੋਲ, ਫਾਰਮੂਲਾ ਸੀਗਾ ਜੀ S ਇਜ਼ ਇਕੁਅਲ ਟੂ R 100 ਮਾਈਨਸ L ਡਿਵਾਈਡਡ ਬਾਈ L। ਤੇ ਵੈਲਿਊ ਦਿੱਤੀ ਹੋਈ ਹੈ ਜੀ, R ਕਿੰਨਾ ਦਿੱਤਾ ਹੋਇਆ ਇਹਨੂੰ ਜੀ, R ਦਿੱਤਾ ਹੋਇਆ 2, ਤੇ 100 ਮਾਈਨਸ ਕਿੰਨਾ ਹੋ ਗਿਆ ਆਪਣੇ ਕੋਲ, L ਦੀ ਵੈਲਿਊ ਦਿੱਤੀ ਹੋਈ ਹੈ 40, ਤੇ ਡਿਵਾਈਡਡ ਬਾਈ ਆ ਗਿਆ ਆਪਣੇ ਕੋਲ ਬੇਟੇ 40। ਤੇ ਇਹ ਕੀ ਆ ਗਿਆ ਆਪਣੇ ਕੋਲ, 2 ਨਾਲ ਹੀ ਕੈਂਸਲ ਕਰ ਦਿੱਤਾ ਜੀ, 20 ਆ ਗਿਆ। ਤੇ ਇੱਧਰ ਆਪਣੇ ਕੋਲ ਕਿੰਨਾ ਆ ਗਿਆ ਜੀ, 60/40, 60/20 ਆ ਗਿਆ। ਤੇ ਇਹਨੂੰ ਕਟਿੰਗ ਕਰਤਾ ਤੇ 2 3s ਆ ਗਿਆ, ਤਾਂ ਆਂਸਰ ਆਪਣੇ ਕੋਲ ਕੀ ਆ ਗਿਆ, 3 ohm। 3 ohm ਆਪਣੇ ਕੋਲ ਇੱਥੇ ਆਂਸਰ ਆ ਗਿਆ। ਨੈਕਸਟ ਕੁਐਸਚਨ ਸੀਗਾ ਆਪਣੇ ਕੋਲ, ਦ ਕਲਰ ਸੀਕੁਐਂਸ ਇਨ ਅ ਕਾਰਬਨ ਰਜਿਸਟਰ ਇਜ਼ ਰੈਡ, ਬਰਾਊਨ, ਔਰੇਂਜ ਐਂਡ ਸਿਲਵਰ। ਦ ਰਜਿਸਟੈਂਸ ਆਫ ਦਾ ਰਜਿਸਟਰਸ ਇਨ ਓਮ ਇਜ਼। ਹੁਣ ਬੇਟੇ ਇਹ ਤੁਸੀਂ BB ਰॉय ਗ੍ਰੇਟ ਬ੍ਰਿਟੇਨ ਵੈਰੀ ਗੁੱਡ ਵਾਈਫ ਵੀਅਰਿੰਗ ਸਿਲਵਰ ਗੋਲਡ ਨੈਕਲੈਸ ਵਾਲਾ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਰੱਖਿਆ ਹੋਏਗਾ। ਹੁਣ ਇਹ ਤੁਸੀਂ ਬੁੱਕ ਤੇ ਜ਼ਰੂਰ ਦੇਖ ਲਿਓ, ਮੈਂ ਇਹਦੀ ਸਿੱਧੀ ਵੈਲਿਊ ਦੱਸਣ ਲੱਗਾ। ਹੁਣ ਪਹਿਲਾਂ ਉਹਨੇ ਕੀ ਬੋਲਿਆ ਜੀ, ਰੈਡ, ਤੇ ਰੈਡ ਵਾਸਤੇ ਮੇਰੇ ਕੋਲ ਨੰਬਰ ਆ ਗਿਆ ਜੀ 2। ਨੈਕਸਟ ਉਹਨੇ ਬੋਲਿਆ ਜੀ ਬਰਾਊਨ, ਬਰਾਊਨ ਵਾਸਤੇ ਪਹਿਲਾ ਨੰਬਰ ਆ ਗਿਆ ਜੀ, ਦੈਟ ਇਜ਼ 1। ਅੱਗੇ ਉਹਨੇ ਬੋਲਿਆ ਔਰੇਂਜ, ਔਰੇਂਜ ਵਾਸਤੇ ਹੀ ਮਲਟੀਪਲਾਈ ਲਗਾਵਾਂਗੇ ਤੀਸਰੇ ਵਾਸਤੇ, ਤੇ ਉਹ ਆ ਗਿਆ 10⁻³ ਤੇ ਅੱਗੇ ਕੀ ਆ ਗਿਆ, ਫੋਰਥ ਕਲਰ ਦਿੱਤਾ ਹੋਇਆ ਸਿਲਵਰ, ਤੇ ਸਿਲਵਰ ਵਾਸਤੇ ਕੀ ਆ ਗਿਆ ਆਪਣੇ ਕੋਲ ਟੋਲਰੈਂਸ, ਦੈਟ ਇਜ਼ ਪਲੱਸ ਮਾਈਨਸ, ਤੇ ਕੀ ਆ ਗਿਆ ਨਾਲ 10%। ਸਿਲਵਰ ਵਾਸਤੇ ਕੀ ਸੀਗਾ 10%। ਤਾਂ ਆਪਣੇ ਕੋਲ ਆਪਸ਼ਨ ਕੀ ਆ ਗਈ, 21 × 10⁻³ ਪਲੱਸ ਮਾਈਨਸ 10%, ਦੈਟ ਇਜ਼ ਆਪਸ਼ਨ A। ਨੈਕਸਟ ਆਪਣੇ ਕੋਲ ਬੇਟੇ ਇੱਕ ਕੁਐਸਚਨ ਸੀਗਾ ਕਿ ਇਲੈਕਟ੍ਰਿਕ ਫੀਲਡ ਦੇ ਪੋਟੈਂਸ਼ੀਅਲ ਦੇ ਵਿਚਕਾਰ ਅਸੀਂ ਗ੍ਰਾਫ ਡਰਾਅ ਕਰਨਾ ਆ ਜਿਹੜਾ ਡਿਸਟੈਂਸ ਦੇ ਨਾਲ ਆਪਣੇ ਕੋਲ ਪ੍ਰੋਪੋਰਸ਼ਨੈਲਿਟੀ ਸੀਗਾ। ਤੇ ਇਹਦੇ ਵਾਸਤੇ ਬੇਟੇ ਜਿਹੜਾ ਗ੍ਰਾਫ ਬਣੇਗਾ ਉਹ ਮੈਂ ਇੱਥੇ ਡਰਾਅ ਕਰਕੇ ਤੁਹਾਨੂੰ ਦੱਸ ਦਿੰਦਾ ਹੈ। ਤੇ ਗ੍ਰਾਫ ਜਿਹੜਾ ਹੋਏਗਾ ਇਸ ਦਾ, ਇਲੈਕਟ੍ਰਿਕ ਫੀਲਡ ਆਪਣੇ ਕੋਲ ਆ ਇਲੈਕਟ੍ਰਿਕ ਫੀਲਡ ਦੀ ਲਾਈਨ ਹੋਏਗੀ E, ਤੇ ਇਹ ਬੇਟੇ ਲਾਈਨ ਬੇਟੇ ਇਲੈਕਟ੍ਰਿਕ ਪੋਟੈਂਸ਼ੀਅਲ ਦੀ ਹੋਏਗੀ, ਦੈਟ ਇਜ਼ V। ਇਹ ਜਿਹੜਾ ਗ੍ਰਾਫ ਹੋਏਗਾ ਆਪਣੇ ਕੋਲ ਉੱਥੇ ਆਪਸ਼ਨਸ ਹੈਗੀ ਆਪਣੇ ਕੋਲ B, ਇਹ ਆਪਣੇ ਕੋਲ ਆਪਸ਼ਨਸ ਹੋਏਗੀ, ਤੇ ਇਹ ਆਪਣੇ ਕੋਲ ਆਪਸ਼ਨ B ਕਰੈਕਟ ਆਨਸਰ ਹੋਏਗਾ। ਉਮੀਦ ਹੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ, ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਨਾ, ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਆਉਣ ਵਾਲੇ ਟਾਈਮ 'ਚ ਹੋ ਸਕਦਾ ਹੋਰ ਵੀ ਵੀਡੀਓਜ਼ ਤੁਹਾਨੂੰ ਮਿਲਣਗੀਆਂ ਜੀ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।